ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂ ਜੀਭਾਉ ਲਖ ਹੋਹਿ, ਲਖ ਹੋਵਹਿ ਲਖ ਵੀਸ। ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ। ਏਤ ਰਾਹ ਪਤ ਪਵੜੀਆ, ਚੜ੍ਹੀਐ ਹੋਏ 21। ਸੁਣ ਗੱਲਾਂ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਇ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨੀਸਾਨ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਵਨ ਪਾਣੀ ਬੈ ਸੰਤਰ, ਕੀਤੇ ਕਾਨ ਮਹੇਸ਼। ਕੀਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੀਤਿਆ ਕਰਮ ਭੂਮੀ ਮੇਰ, ਕੀਤੇ ਕੀਤੇ ਧੂ ਉਪਦੇਸ। ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ। ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ। ਕੀਤੇ ਦੇਵ ਦਾਨਵ ਮੁਨ, ਕੀਤੇ ਕੀਤੇ ਰਤਨ ਸਮੁੰਦ। ਕੀਤਿਆ ਖਾਣੀ ਕੀਤਿਆ ਬਾਣੀ, ਕੀਤੇ ਪਾਤ ਨਰਿੰਦ। ਕੀਤਿਆ ਸੁਰਤੀ ਸੇਵਕ, ਕੀਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ।
ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛੁਤਾਏ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਆਪ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7ਵੇਂ ਅੰਗ ਦਾ ਉਚਾਰਨ ਸਰਵਣ ਕੀਤਾ ਹੈ। ਆਪਾਂ ਇੱਕ ਮਨੋਰਥ ਲੈ ਕੇ ਚੱਲੇ ਹਾਂ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਮਨੁੱਖ ਸਚਿਆਰ ਬਣ ਕੇ ਆਪਣਾ ਜੀਵਨ ਬਤੀਤ ਕਰੇ ਅਤੇ ਸਚਿਆਰ ਹੀ ਇਸ ਸਰੀਰ ਨੂੰ ਜਦੋਂ ਛੱਡਣਾ ਹੈ, ਸਚਿਆਰ ਹੀ ਹੋਵੇ। ਸੋ ਸਚਿਆਰ ਬਣਨ ਵਾਸਤੇ ਇਹ ਮਨੁੱਖ ਦੇ ਭਾਗਾਂ ਵਿੱਚ ਗੱਲ ਆਈ ਹੈ, ਕਿਉਂਕਿ ਮਨੁੱਖ ਦੇ ਕੋਲੇ ਸਮਝ ਹੈ, ਸੂਝ ਹੈ, ਵਿਵੇਕ ਹੈ, ਸਭ ਤੋਂ ਵੱਡਾ ਬੈਰਾਗ ਹੈ। ਸਮਝ ਸੂਝ ਪਸ਼ੂਆਂ ਕੋਲ ਵੀ ਹੈ। ਉਹਨਾਂ ਨੂੰ ਵੀ ਪਤਾ ਸੋਝੀ ਹੈ ਆਪਣੇ ਘਰ ਦੀ, ਪਰ ਮਨੁੱਖ ਦੇ ਕੋਲੇ ਉੱਤਮ ਬੈਰਾਗ ਹੈ। ਪੰਛੀ ਆਲ੍ਹਣਿਆਂ ਵਿੱਚੋਂ ਉਡਾਰੀਆਂ ਮਾਰਦੇ ਨੇ, ਬਹੁਤ ਦੂਰ ਚੋਗਾ ਚੁੱਗ ਕੇ ਫਿਰ ਆਪਣੇ ਆਲ੍ਹਣਿਆਂ ਵਿੱਚ ਆ ਜਾਂਦੇ। ਉਹਨਾਂ ਨੂੰ ਸੋਝੀ ਹੈ, ਸੂਝ ਹੈ, ਬੱਚਿਆਂ ਦਾ ਗਿਆਨ ਹੈ। ਉਹਨਾਂ ਦੇ ਕੋਲ ਪ੍ਰਭੂ ਦੇ ਮਿਲਾਪ ਦਾ, ਪ੍ਰਭੂ ਦੇ ਦੀਦਾਰ ਦਾ ਬੈਰਾਗ ਹੈ ਜਾਂ ਨਹੀਂ, ਇਹਦਾ ਵੀ ਆਪਾਂ ਨਿਰਣਾ ਨਹੀਂ ਕਰ ਸਕਦੇ। ਮਨੁੱਖ ਦੇ ਕੋਲ ਜਿੱਥੋਂ ਤੱਕ ਸਮਝ ਹੈ, ਸੂਝ ਹੈ, ਬੈਰਾਗ ਹੈ, ਉੱਤਮ ਬੈਰਾਗ ਹੈ। ਸੋ ਇੱਥੇ ਆਪਾਂ ਜੀਵਨ ਨੂੰ ਸਫਲ ਕਰਨ ਵਾਸਤੇ ਇਹ ਕਾਰਜ ਆਰੰਭਿਆ ਹੈ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ। ਪਹਿਲਾਂ ਇੱਥੇ ਦਾ ਨਿਯਮ ਇੱਕ ਰਹਿਣ ਦੀ ਮਾਨ ਮਰਿਆਦਾ ਕਹਿ ਲਓ। ਇੱਥੇ ਸਤਸੰਗਤ ਦੇ ਵਿੱਚ ਐਸਾ ਜਦੋਂ ਕੁਦਰਤ ਦੇ ਨਾਲ ਪਿਆਰ ਕਰਨ ਲੱਗਦਾ, ਜਿਵੇਂ ਕੱਲ੍ਹ ਆਪਾਂ ਵਿਚਾਰ ਕੀਤੇ ਸੀ ਵੀ ਪਵਨ ਦਾ ਪਿਆਰ, ਪਾਣੀ ਦਾ, ਅਗਨ ਦਾ ਮਹਿਸੂਸ ਕਰਨ ਲੱਗ ਜਾਂਦਾ, ਫਿਰ ਇਹ ਸੋਚਦਾ, ਵਿਚਾਰਦਾ, ਹੇ ਮਾਲਕ ਤੇਰੀ ਕਿਹੜੀ ਰਜਾ, ਕਿਹੜੇ ਭਾਣੇ ਦੇ ਵਿੱਚ ਦਿਨ ਰਾਤ ਕਦੇ ਪ੍ਰਕਾਸ਼ ਹੋ ਜਾਂਦਾ, ਕਦੇ ਹਨੇਰਾ ਹੋ ਜਾਂਦਾ, ਚੰਦਰਮਾ, ਸੂਰਜ, ਤਾਰੇ ਪ੍ਰਕਾਸ਼ ਦਿੰਦੇ ਨੇ। ਐਸੀਆਂ ਵਿਚਾਰਾਂ ਜਿਹੜੀਆਂ ਨੇ ਉਹ ਪੈਦਾ ਹੋ ਜਾਂਦੀਆਂ। ਪਵਨ ਹੈ, ਪਾਣੀ ਹੈ, ਅਗਨੀ ਹੈ,
ਫਿਰ ਪਾਤਾਲ ਲੋ, ਪਾਤਾਲ ਕਹਿ ਦਿੰਦੇ ਆਪਾਂ। ਇੱਥੇ ਧਰਤੀ ਨੂੰ ਧਰਮਸਾਲ ਆਖਿਆ ਕਿਉਂਕਿ ਧਰਮ ਕਮਾਉਣ ਵਾਸਤੇ, ਮਨੁੱਖ ਸਚਿਆਰ ਹੋਣ ਵਾਸਤੇ ਕਿੰਨੇ ਹੀ ਜੀ ਜੰਤ ਨੇ, ਉਹਨਾਂ ਦੇ ਅਨੇਕਾਂ ਹੀ ਮਨੁੱਖਾਂ ਨੇ ਨਾਮ ਰੱਖੇ ਹੋਏ ਨੇ। ਇੱਥੇ ਵੀ ਜੀਵ ਉਹਨਾਂ ਦੇ ਕਰਮਾਂ ਦੀ ਵਿਚਾਰ ਕਰਦੇ ਨੇ। ਹੇ ਮਾਲਕ, ਤੇਰਾ ਕੈਸਾ ਦਰਬਾਰ ਹੈ। ਤੇਰੇ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਸੁਣਿਆ ਅਤੇ ਮੰਨਿਆ ਉਹੀ ਪ੍ਰਵਾਨ ਹੁੰਦੇ ਨੇ। ਅਤੇ ਹੇ ਮਾਲਕ, ਐਸਾ ਸਰਵਣ ਕੀਤਾ ਹੈ ਕਿ ਕੱਚਿਆਂ ਪੱਕਿਆਂ ਦਾ ਉੱਥੇ ਗਿਆ 'ਤੇ ਹੀ ਪਤਾ ਲੱਗਦਾ ਹੈ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਇਹ ਧਰਮਖੰਡ ਦੀ ਰਚਨਾ ਹੈਗੀ ਹੈ। ਇਹਨੂੰ ਧਰਮਖੰਡ ਕਹਿੰਦੇ ਨੇ। ਵੀ ਜੀਵ ਦਾ ਇੱਥੇ ਕੱਚਿਆਂ ਪੱਕਿਆਂ ਦਾ ਨਹੀਂ ਪਤਾ ਲੱਗਦਾ। ਮਨੁੱਖ ਆਪਣੇ ਆਪ ਦਾ ਤਾਂ ਪਤਾ ਹੁੰਦਾ ਕੀ ਕੀ ਕਰਮ ਕੀਤੇ ਨੇ। ਘਰ ਵਾਲੀ ਤੋਂ, ਪਰਿਵਾਰ, ਬੱਚਿਆਂ ਤੋਂ, ਹੋਰ ਰਿਸ਼ਤੇਦਾਰਾਂ ਤੋਂ ਲੁਕੋ ਸਕਦਾ। ਪਰ ਜਦੋਂ ਸਚਿਆਰ ਇੱਥੋਂ ਜਾਂਦੇ ਨੇ, ਉਹਨਾਂ ਦੀ ਸੰਗਤ ਦੇ ਵਿੱਚ ਜਦੋਂ ਇਹਨੇ ਜਾਣਾ ਹੁੰਦਾ, ਉੱਥੇ ਪਤਾ ਲੱਗਦਾ ਕਰਮਾਂ ਦਾ ਵੀ ਇਹਨੇ ਕਰਮ ਕੀ ਕੀਤੇ ਨੇ। ਸੋ ਐਸਾ ਹੈ ਧਰਮਖੰਡ। ਜਦੋਂ ਇਹਨੂੰ ਪਤਾ ਲੱਗਦਾ ਵੀ ਮੇਰੇ ਕੀਤੇ ਹੋਏ ਕਰਮਾਂ ਦਾ ਪਤਾ ਲੱਗ ਜਾਣਾ ਸਾਰਿਆਂ ਨੂੰ, ਇਹਨਾਂ ਨੂੰ ਮੈਂ ਲੁਕੋ ਨਹੀਂ ਸਕਦਾ, ਫਿਰ ਇਹ ਗਿਆਨ ਖੰਡ ਦੇ ਵਿੱਚ, ਗਿਆਨ ਦੇ ਵਿੱਚ ਜੀਵਨ ਜੀਣ ਦੀ ਇੱਛਾ ਰੱਖਦਾ ਹੈ। ਵੀ ਜੇ ਮੇਰੇ ਗੁਨਾਹਾਂ ਦਾ ਇੱਥੇ ਵੀ ਪਤਾ ਲੱਗ ਗਿਆ, ਉੱਥੇ ਵੀ ਸਾਰਾ ਕੁਛ ਪਤਾ ਲੱਗ ਜੂ। ਫਿਰ ਕਿਉਂ ਨਾ ਆਪਾਂ ਆਪਣੇ ਜੀਵਨ ਨੂੰ ਕੁਝ ਤਬਦੀਲ ਕਰ ਲਈਏ, ਕਰਮਾਂ ਨੂੰ ਬਦਲੀ ਕਰ ਲਈਏ। ਫਿਰ ਇਹ ਗਿਆਨ ਖੰਡ ਦੇ ਵਿੱਚ ਦੂਸਰਾ ਖੰਡ ਜਿਹੜਾ, ਦੂਸਰੀ ਅਵਸਥਾ ਕਹਿ ਲਓ, ਇਹਦੀ ਸੁਰਤ ਹੈ ਜਿਹੜੀ, ਸੁਰਤ, ਮਤ, ਮਨ, ਬੁੱਧ ਉੱਚਾ ਹੋ ਜਾਂਦਾ ਹੈ। ਫਿਰ ਗਿਆਨ ਖੰਡ ਦੇ ਵਿੱਚ ਜੀਵਨ ਜੀਂਦਾ ਹੈ। ਜਦੋਂ ਗਿਆਨ ਖੰਡ ਦੇ ਵਿੱਚ ਚਲਿਆ ਜਾਂਦਾ, ਫਿਰ ਦੇਖਦਾ, ਹੇ ਮਾਲਕ, ਤੇ ਕਿੰਨੇ ਹੀ ਕੀਤੇ ਪਵਨ ਪਾਣੀ ਬੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ। ਕਿੰਨੇ ਹੀ ਦੇਵੀ ਦੇਵਤੇ, ਦਾਨਵ, ਕਿੰਨੀਆਂ ਹੀ ਖਾਣੀਆਂ, ਕੇਤੀਆ ਖਾਣੀ ਕੇਤੀਆ ਬਾਣੀ। ਐਸੀਆਂ ਵਿਚਾਰਾਂ ਜਿਹੜੀਆਂ ਆਉਂਦੀਆਂ ਨੇ ਵੀ ਖਾਣੀਆਂ ਕਿੰਨੀਆਂ, ਬਾਣੀ। ਇੱਕ ਤਾਂ ਆਪਾਂ ਇਹ ਗੁਰਮੁਖੀ ਬਾਣੀ ਪੜ੍ਹਦੇ ਹਾਂ, ਆਪਾਂ ਪੰਜਾਬੀ ਬੋਲਦੇ ਹਾਂ, ਕੋਈ ਹਿੰਦੀ ਬੋਲਦਾ, ਕੋਈ ਇੰਗਲਿਸ਼, ਕੋਈ ਉਰਦੂ, ਕੋਈ ਫਾਰਸੀ, ਕੋਈ ਸੰਸਕ੍ਰਿਤ। ਕਿੰਨੀਆਂ ਭਾਸ਼ਾਵਾਂ ਦੇ ਵਿੱਚ ਲੋਕ ਮਾਲਕ ਨੂੰ ਗਾਉਂਦੇ ਨੇ। ਕਿੰਨੀਆਂ ਹੀ ਬਾਣੀਆਂ ਨੇ ਜੋ ਮਾਲਕ ਨੂੰ ਜੀਵ ਗਾਉਂਦੇ ਨੇ। ਪਤਾ ਨਹੀਂ ਕਿੰਨੀਆਂ ਕੁ ਬਾਣੀਆਂ ਦੀ ਜਿਹੜੀ ਰਚਨਾ ਹੋਈ ਹੈ ਨਾ। ਸੋ ਐਸੀਆਂ ਵਿਚਾਰਾਂ ਦੇ ਵਿੱਚ ਮਨੁੱਖ ਜੀਂਦਾ ਹੈ, ਆਪਣਾ ਜੀਵਨ ਫਿਰ ਗਿਆਨ ਦੇ ਵਿੱਚ ਲੈ ਜਾਂਦਾ ਹੈ। ਵੀ ਕਿੰਨੇ ਸੇਵਕ ਨੇ ਜਿਹੜੇ ਮਾਲਕ ਦੀ ਕੁਦਰਤ ਦੇ ਨਾਲ ਪਿਆਰ ਕਰਦੇ ਨੇ, ਮਾਲਕ ਦੇ ਨਾਲ ਪਿਆਰ ਕਰਦੇ ਨੇ। ਸੋ ਐਸੀਆਂ ਜਿਹੜੀਆਂ ਵਿਚਾਰਾਂ ਨੇ, ਉਹ ਮਨੁੱਖ ਦੇ ਅੰਦਰ ਜਨਮ ਲੈ ਲੈਂਦੀਆਂ ਨੇ। ਗਿਆਨ ਖੰਡ ਵੀ ਕਿੰਨੇ ਹੀ ਸੇਵਕ ਨੇ ਜਿਹੜੇ ਸੇਵਾ ਕਰਦੇ ਨੇ, ਸਾਧੂ ਮਹਾਤਮਾ ਦੀ, ਗੁਰਮੁਖਾਂ ਦੀ, ਕੁਦਰਤ ਦੀ, ਵਿੱਦਿਆ ਪੜ੍ਹਨ ਪੜ੍ਹਾਉਣ ਦੀ। ਕਿਉਂ ਨਾ ਹੇ ਮਨ, ਆਪਾਂ ਵੀ ਕੁਝ ਜੀਵਨ ਦੇ ਵਿੱਚ ਨੇਕ ਕਰਮ ਕਰ ਲਈਏ। ਜਦੋਂ ਐਸੇ ਗਿਆਨ ਦੇ ਵਿੱਚ ਚਲਿਆ ਜਾਂਦਾ ਹੈ, ਫਿਰ ਗਿਆਨ ਦੇ ਵਿੱਚ ਜਿਹੜਾ ਗਿਆਨ ਹੌਲੀ ਹੌਲੀ, ਜਿਵੇਂ ਅੱਗ ਧੁਖਦੀ, ਜੇ ਬਾਲਣ ਗਿੱਲਾ ਹੋਵੇ, ਆਪਾਂ ਅੱਗ ਲਾ ਦਈਏ, ਧੂੰਆਂ ਨਿਕਲੇਗਾ। ਉਹ ਨਿਕਲਦਾ ਨਾਲ ਦੀ ਨਾਲ ਹੀ ਸੁੱਕੀ ਜਾਂਦਾ, ਅਤੇ ਨਾਲ ਦੀ ਨਾਲ ਹੀ ਅੱਗ ਵਧੀ ਜਾਂਦੀ ਹੈ। ਇਸੇ ਪ੍ਰਕਾਰ ਜਦੋਂ ਮਨੁੱਖ ਗਿਆਨ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ,
ਫਿਰ ਇਹਦਾ ਗਿਆਨ ਵੱਧਦਾ ਵੱਧਦਾ ਵੱਧ ਜਾਂਦਾ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਫਿਰ ਉੱਥੇ ਦਾ ਜਿਹੜਾ ਇਹ ਬਹੁਤ ਹੀ ਆਨੰਦ ਮਾਣਦਾ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਪਹਿਲਾਂ ਧਰਮ ਖੰਡ ਹੈ ਅਤੇ ਫਿਰ ਕੀ ਹੈ ਗਿਆਨ ਖੰਡ। ਗਿਆਨ ਖੰਡ ਦੇ ਵਿੱਚ ਧਰਮ ਦੇ ਵਿੱਚ ਆਪਣੇ ਸਮਝ ਦਾ ਇੱਥੇ ਦਾ ਨਿਯਮ ਵੀ, ਅਸੀਂ ਜੀਵ ਧਰਤੀ ਦੇ ਉੱਤੇ ਪੈਦਾ ਹੋਏ ਹਾਂ, ਸਾਡਾ ਮਨੋਰਥ ਕੀ ਹੈ, ਐਸੀਆਂ ਵਿਚਾਰਾਂ ਕਰਦਾ ਕਰਦਾ ਫਿਰ ਇਹ ਗਿਆਨ ਦੇ ਵਿੱਚ ਹੌਲੀ ਹੌਲੀ ਸਤ ਸੰਗਤ ਕਰਦਾ ਕਰਦਾ ਬੈਰਾਗ ਪੈਦਾ ਹੁੰਦਾ ਹੁੰਦਾ ਬਾਣੀ ਸਰਵਣ ਕਰਦਾ, ਭਲੇ ਪੁਰਸ਼ਾਂ ਦੀ ਸੰਗਤ ਕਰਦਾ, ਹੌਲੀ ਹੌਲੀ ਫਿਰ ਇਹ ਕੀ ਹੈ ਵੀ ਗਿਆਨ ਦੇ ਵਿੱਚ ਜੀਵਨ ਜੀਣਾ ਸ਼ੁਰੂ ਕਰ ਦਿੰਦਾ ਹੈ। ਸੋ ਅੱਜ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।